रूप झूठ है, पर ज़्यादातर लोग रूप ਦੇ ਨਾਲ ਜੁੜਦੇ ਹਨ। ਪਹਿਲੇ ਨੰਬਰ ਵਾਲੇ ਤੇ ਦੂਸਰੇ ਉਹ ਹਨ ਜਿਹੜੇ ਧਾਰਨਾ ਨਾਲ ਜੁੜ ਜਾਂਦੇ ਹਨ, ਖਿਆਲ ਨਾਲ ਜੁੜ ਜਾਂਦੇ ਹਨ, ਵਿਚਾਰ ਨਾਲ ਜੁੜ ਜਾਂਦੇ ਹਨ। ਤੇ ਪਹਿਲੇ ਤੇ ਜਿਹੜੇ ਰੂਪ ਨਾਲ ਜੁੜੇ ਹੋਏ ਹਨ, ਉਹਨਾਂ ਨੇ ਆਪਣੇ ਗੁਰੂਆਂ ਦੇ ਵੀ ਕਾਲਪਨਿਕ ਰੂਪ ਬਣਾਏ ਹੋਏ ਹਨ। ਅਗਰ ਉਹਨਾਂ ਰੂਪਾਂ ਦੇ ਵਿੱਚ ਵੀ ਕੋਈ ਗੜਬੜ ਕਰੇ ਤੇ ਬੜੇ ਨਾਰਾਜ਼ ਹੁੰਦੇ ਹਨ। ਰੂਪ ਦੇ ਨਾਲ ਜੁੜ ਗਏ ਨਾ, ਆਕਾਰ ਨਾਲ, ਵੈਸੀਆਂ ਹੀ ਫਿਲਮਾਂ ਬਣਾਉਂਦੇ, ਵੈਸੇ ਨਾਟਕ ਬਣਾਉਂਦੇ, ਜੈਸਾ ਉਹਨਾਂ ਨੂੰ ਚੰਗਾ ਲੱਗੇ ਵੈਸਾ ਹੀ ਰੂਪ ਆਪਣਾ ਬਣਾਉਂਦੇ ਤੇ ਰੂਪ ਹੀ ਸਜਾਉਂਦੇ ਰਹਿੰਦੇ। ਜ਼ਿਆਦਾਤਰ ਮੈਂ ਸਿੱਖ ਦੇਖਿਆ ਹੈ, ਰੂਪ ਸਜਾਉਣ ਵਾਸਤੇ ਬੜਾ ਸਮਾਂ ਲਾਉਂਦੇ ਆ। ਤੇ ਕੀ ਫਰਕ ਹੋਇਆ? ਜਿਵੇਂ ਕਿਹਾ ਹੈ ਨਾ, ਵੇਦ ਪੜ੍ਹੇ ਪੜ੍ਹ ਪੰਡਤ ਮੂਏ, ਰੂਪ ਦੇਖ ਦੇਖ ਨਾਰੀ। ਇਸਤਰੀ ਰੂਪ ਦੇਖ ਦੇਖ ਕੇ ਕਹਿੰਦੇ ਮਰ ਗਏ। ਤੇ ਅਜੋਕੇ ਸਮੇਂ 'ਚ ਪੁਰਸ਼ ਵੀ ਬਹੁਤ ਰੂਪ ਦੇਖਦੇ ਹਨ, ਰੂਪ ਸਵਾਰਦੇ ਹਨ। ਤੇ ਜਿਹੜੇ ਰੂਪ ਨੂੰ ਉਹ ਸਵਾਰ ਰਹੇ ਹਨ ਉਹ ਝੂਠ ਹੈ। ਤੇ ਇਹਦਾ ਹੰਕਾਰ ਕਰ ਰਹੇ ਹਨ ਰੂਪ ਦਾ ਹੀ। ਤੇ ਇਸ ਰੂਪ ਦਾ ਹੀ ਜਿਨ੍ਹਾਂ ਨੂੰ ਹੰਕਾਰ ਸੀ, ਉਹਨਾਂ ਬਾਬਤ ਕਿਹਾ ਹੈ ਨਾ, ਜਿਸ ਸਿਰ ਰਚ ਰਚ ਬਾਂਧਤ ਭਾਗ, ਸੋ ਸਿਰ ਚੁੰਚ ਸਵਾਰ ਕਾਗ। ਵੀ ਜਿਹੜੇ ਸਿਰ 'ਤੇ ਬੜਾ ਹੀ ਸੁੰਦਰ ਰਚ ਰਚ ਕੇ ਬੜੀ ਵਧੀਆ ਪੱਗ ਬੰਨ੍ਹਦਾ ਸੀ, ਉਹ ਸਿਰ ਅੱਜ ਰੁਲ ਰਿਹਾ ਹੈ ਰਸਤਿਆਂ ਦੇ ਵਿੱਚ, ਲੋਕਾਂ ਦੇ ਠੇਡੇ ਵੱਜਦੇ। ਤੇ ਇਹ ਸਿਰ ਤੇ ਮਿੱਟੀ ਹੋਣ ਵਾਲਾ ਹੈ। ਮਿੱਟੀ ਤੋਂ ਪੈਦਾ ਹੋਇਆ, ਮਿੱਟੀ 'ਚ ਹੀ ਮਿਲੇਗਾ ਸਰੀਰ। ਪਰ ਸਰੀਰ ਤੁਹਾਡਾ ਨਹੀਂ ਹੈ, ਸਰੀਰ 5 ਤੱਤਾਂ ਦਾ ਹੈ। ਸਰੀਰ ਦੇ ਵਿੱਚ ਤੁਸੀਂ ਹੋ, ਪਰ ਵਿੱਚ ਵੀ ਜਿਹੜਾ ਸਰੂਪ ਬਣਾਇਆ ਹੈ ਤੁਸੀਂ, ਇੱਕ ਤੇ ਸਥੂਲ ਸਰੂਪ ਹੈ ਸਰੀਰ, ਇੱਕ ਸੂਖਮ ਰੂਪ ਹੈ ਜਿਹਨੂੰ ਮਨੋ ਸਰੀਰ ਕਹਿ ਦਿੰਦੇ ਹਨ, ਵਿਗਿਆਨਿਕ ਇਲੈਕਟ੍ਰਿਕ ਬਾਡੀ ਕਹਿ ਦਿੰਦੇ ਆ। ਉਹ ਸਰੀਰ ਸੂਖਮ ਸਰੀਰ, ਮਨ ਦਾ ਸਰੀਰ, ਇੱਕ ਉਹ ਤੁਸੀਂ ਆਪ ਬਣਾਇਆ ਹੈ। ਪਹਿਲਾਂ ਤਾਂ ਸਥੂਲ ਸਰੀਰ ਨਾਲੋਂ ਮੁਕਤ ਹੋਣਾ ਹੈ। ਸਥੂਲ ਸਰੀਰ ਨਾਲੋਂ ਮੁਕਤ ਹੋਣ ਤੋਂ ਵੀ ਪਹਿਲਾਂ ਜਿਹੜੇ ਬਾਹਰ ਸਥੂਲ ਸਰੀਰ ਦੇ ਨਾਲ ਜੁੜੇ ਹੋਏ ਹਨ, ਉਹਨਾਂ ਤੋਂ ਮੁਕਤ ਹੋਣਾ ਪਵੇਗਾ। ਇਹ ਗੱਲ ਖਿਆਲ ਵਿੱਚ ਰੱਖਿਓ। ਜਿੰਨਾ ਚਿਰ ਉਹਨਾਂ ਤੋਂ ਮੁਕਤ ਨਹੀਂ ਨਾ ਹੁੰਦੇ, ਉਹਨਾਂ ਚਿਰ ਤੁਸੀਂ ਸਰੀਰ ਤੋਂ ਵੀ ਮੁਕਤ ਨਹੀਂ ਹੋ ਸਕਦੇ। ਟੋਟਲ ਹੀ ਦ੍ਰਿਸ਼ਟਮਾਨ ਤੋਂ ਮੁਕਤ ਹੋਵੋਗੇ। ਇਹ ਵੀ ਦ੍ਰਿਸ਼ ਹੈ, ਸਰੀਰ ਵੀ ਦੇਖ ਰਹੇ ਹੋ, ਬਾਹਰ ਦ੍ਰਿਸ਼ ਹੈ। ਤੇ ਦ੍ਰਿਸ਼ ਦੇ ਨਾਲ ਜੁੜ ਰਹੇ ਹੋ। ਤੇ ਦ੍ਰਿਸ਼ ਹੈ ਝੂਠ, ਕਿਉਂਕਿ ਸਰੀਰ ਦੁਆਰਾ ਦੇਖਿਆ ਜਾ ਰਿਹਾ ਹੈ ਨਾ। ਜਿਹੜੇ ਇੰਦਰੇ ਹਨ ਨਾ, ਇਹ ਸੰਸਾਰ ਵਾਸਤੇ ਪੈਦਾ ਹੋਏ ਹਨ। ਇਹ ਗੱਲ ਖਿਆਲ ਵਿੱਚ ਲਓ ਵੀ ਅੱਖਾਂ ਸੰਸਾਰ ਨੂੰ ਦੇਖਣ ਵਾਸਤੇ ਪੈਦਾ ਹੋਈਆਂ, ਕੰਨ ਸੰਸਾਰ ਨੂੰ ਸੁਣਨ ਵਾਸਤੇ, ਜੀਭ ਸੰਸਾਰ ਨੂੰ ਚੱਖਣ ਵਾਸਤੇ, ਸਾਰੇ ਇੰਦਰੇ। ਇਸ ਕਰਕੇ ਇੰਦਰੀਆਂ ਦੁਆਰਾ ਸੰਸਾਰ ਨਾਲ ਜੁੜਿਆ ਜਾਂਦਾ ਹੈ। ਤੇ ਜਦੋਂ ਤੁਸੀਂ ਅੰਦਰ ਨੂੰ ਜਾਣਾ ਹੈ, ਆਪਣੇ ਸਰੂਪ ਵੱਲ ਨੂੰ, ਵਾਸਤਵਿਕ ਦੇ ਵਿੱਚ ਬਾਹਰਲੇ ਰੂਪ ਤੋਂ ਹਟ ਕੇ ਫਿਰ ਅੰਦਰ ਨੂੰ ਜਾਓਗੇ ਨਾ, ਤੇ ਬਾਹਰਲੇ ਰੂਪ ਜਿਹੜੇ ਹਨ ਉਹਨਾਂ ਵੱਲੋਂ ਸਾਰਿਆਂ ਇੰਦਰੀਆਂ ਨੂੰ ਹਟਾਉਣਾ ਪੈਂਦਾ ਹੈ।
ਇਸ ਕਰਕੇ ਕਿਹਾ ਹੈ ਵੀ 9ਵੇਂ ਦਰਵਾਜ਼ੇ ਜਿਹੜੇ ਹਨ ਬੰਦ ਕਰਨੇ, ਇਹਨਾਂ ਨੂੰ ਬੰਦ ਕਰੋ। ਫਿਰ ਤੁਸੀਂ 10ਵੇਂ ਦੁਆਰ ਵੱਲ ਜਾਓ ਜਾਂ ਗੁਰੂ ਦੁਆਰ ਵੱਲ ਜਾਓਗੇ। 9 ਦਰਵਾਜ਼ੇ ਠਾਕਰ ਆਏ, 10ਵੇਂ ਨਿਜ ਘਰ ਵਾਸਾ ਪਾਏ, ਤਾਂ ਹੀ ਪਾ ਸਕਦੇ ਹੋ ਨਾ। ਅਤੇ 9 ਦਰਵਾਜ਼ੇ ਵੱਲੋਂ ਸੁਰਤ ਹਟਾਉਣੀ, ਭਰ ਕੇ ਜਿੰਨੇ ਵੀ ਗਿਆਨ ਇੰਦਰੇ ਹਨ ਇਹ ਸੰਸਾਰ ਨਾਲ ਜੋੜਦੇ ਹਨ, ਇਹ ਸੰਸਾਰ ਨਾਲੋਂ ਸੁਰਤ ਹਟਾਉਣੀ। ਅਤੇ ਅਗਰ ਸੋਚਦੇ ਵੀ ਰਹੇ ਸੰਸਾਰ ਵੱਲ ਤਾਂ ਵੀ ਸੁਰਤ ਜੁੜੀ ਰਹੀ ਨਾ, ਸੋਚਣੋਂ ਵੀ ਹਟਣਾ ਹੈ। ਇੱਕ ਤਾਂ ਹੈ ਸਥੂਲ ਇੰਦਰੀਆਂ ਦੁਆਰਾ ਸੰਸਾਰ ਨਾਲ ਜੁੜਿਆ ਜਾਂਦਾ ਹੈ, ਇਹ ਸਰੀਰ ਦੇ। ਇੱਕ ਸੂਖਸ਼ਮ ਇੰਦਰੇ ਹਨ ਅੰਦਰ, ਉਹ ਸੂਖਸ਼ਮ ਸਰੀਰ ਦੇ ਹਨ, ਉਹਨਾਂ ਦੁਆਰਾ ਵੀ ਸੰਸਾਰ ਨਾਲ ਜੁੜਿਆ ਜਾਂਦਾ ਹੈ। ਤਦੇ ਕਿਹਾ ਹੈ ਨਾ ਵੀ ਸਥੂਲ ਇੰਦਰੇ ਤੇ ਮਰ ਜਾਂਦੇ ਹਨ ਸੰਸਾਰ ਦੇ ਵਿੱਚ, ਸੂਖਸ਼ਮ ਇੰਦਰੇ ਤੁਹਾਡੇ ਨਾਲ ਜਾਂਦੇ ਹਨ ਅਗਲੇ ਜਨਮ ਵਿੱਚ। ਸੂਖਸ਼ਮ ਇੰਦਰੇ ਹਨ ਦੇਖਣ ਦੀ ਚਾਹ, ਦੇਖਣਾ ਅੱਖਾਂ ਦੁਆਰਾ ਹੋ ਰਿਹਾ, ਪਰ ਦੇਖਣ ਦੀ ਚਾਹ ਜਿਹੜੀ ਹੈ ਉਹ ਅੰਦਰ ਹੈ ਤੁਹਾਡੇ, ਉਹ ਹੈ ਸੂਖਸ਼ਮ ਇੰਦਰਾ। ਅਗਰ ਦੇਖਣ ਦੀ ਚਾਹ ਬਣੀ ਰਹੀ ਤੇ ਸੂਖਸ਼ਮ ਇੰਦਰਾ ਨਾਲ ਜਾਵੇਗਾ ਅੱਗੇ, ਫਿਰ ਤੁਸੀਂ ਦੇਖੋਗੇ, ਦੇਖਣ ਦੀ ਵਾਸ਼ਨਾ ਲੈ ਕੇ ਜਾਓਗੇ ਤਾਂ ਉਹਦੇ ਦੁਆਰਾ ਤੁਹਾਨੂੰ ਇਹ ਅੱਖਾਂ ਮਿਲਣਗੀਆਂ, ਵਾਸ਼ਨਾ ਦੁਆਰਾ। ਸੁਣਨ ਦੀ ਵਾਸ਼ਨਾ ਅਗਰ ਰਹਿ ਗਈ ਬਾਕੀ, ਤੇ ਫਿਰ ਤੁਹਾਨੂੰ ਸੁਣਨ ਵਾਲਾ ਇੰਦਰ। ਚੱਖਣ ਦੀ ਵਾਸਨਾ ਰਹਿ ਗਈ ਤੇ ਚੱਖਣ ਵਾਲਾ ਇੰਦਰ। ਅਤੇ ਅੰਦਰ ਸੂਖਸ਼ਮ ਇੰਦਰੇ ਹਨ। ਸਥੂਲ ਇੰਦਰੀਆਂ ਤੋਂ ਪਹਿਲਾਂ ਦ੍ਰਿਸ਼ਟੀ ਹਟਾਉਣੀ ਹੈ, ਫਿਰ ਸੂਖਸ਼ਮ ਇੰਦਰੀਆਂ ਤੋਂ ਵੀ ਦ੍ਰਿਸ਼ਟੀ ਨੂੰ ਹਟਾਉਣਾ, ਧਿਆਨ ਨੂੰ। ਅਤੇ ਸੂਖਸ਼ਮ ਇੰਦਰੀਆਂ ਤੋਂ ਉਦੋਂ ਹਟਦਾ ਹੈ ਧਿਆਨ ਜਦੋਂ ਚਾਹਤ ਨਹੀਂ ਰਹਿ ਜਾਂਦੀ, ਦੇਖਣ ਦੀ ਚਾਹਤ ਨਾ ਰਹਿ ਗਈ, ਸੁਣਨ ਦੀ ਚਾਹਤ, ਬੋਲਣ ਦੀ ਚਾਹਤ, ਭੋਗਣ ਦੀ ਚਾਹਤ, ਕੁਛ ਵੀ ਚਾਹਤ ਨਹੀਂ ਰਹਿ ਗਈ, ਫਿਰ ਸੂਖਸ਼ਮ ਇੰਦਰੀਆਂ ਤੋਂ ਛੁਟਕਾਰਾ ਹੁੰਦਾ। ਅਤੇ ਜਦੋਂ ਸੂਖਸ਼ਮ ਇੰਦਰੀਆਂ ਤੋਂ ਛੁਟਕਾਰਾ ਹੋ ਜਾਂਦਾ ਹੈ, ਉਦੋਂ ਉਹ ਗੁਰੂ ਦੁਆਰ ਤੋਂ ਪਾਰ ਹੋ ਗਿਆ, ਦਰਵਾਜ਼ਾ ਲੰਘ ਗਿਆ, ਸੰਸਾਰ ਤਰ ਗਿਆ। ਅਤੇ ਇਹ ਗੱਲ ਖਿਆਲ ਵਿੱਚ ਰੱਖੋ, ਜਿਵੇਂ ਤੁਸੀਂ ਕਿਹਾ ਹੈ ਨਾ ਵੀ ਕੱਲ੍ਹ ਵਾਲੀ ਰਿਕਾਰਡਿੰਗ ਦੇ ਵਿੱਚ ਅਖੀਰ ਵਿੱਚ ਕੁਛ ਰਹਿ ਗਿਆ ਸੀ ਬੋਲਣ ਨੂੰ, ਅਤੇ ਬੋਲਣ ਤੋਂ ਉਹ ਹੀ ਰਹਿ ਗਿਆ ਸੀ ਜਿਹੜਾ ਸਰੀਰ ਦੁਆਰਾ ਬੋਲਿਆ ਨਹੀਂ ਜਾ ਸਕਦਾ। ਸ਼ਾਇਦ ਇਸ ਕਰਕੇ ਹੀ ਰਹਿ ਗਿਆ ਸੀ ਵੀ ਥੋੜ੍ਹਾ ਬਹੁਤਾ ਸੱਚ ਤੁਹਾਡੇ ਕੋਲ ਪਹੁੰਚੇ, ਕਿਉਂਕਿ ਸੱਚ ਨੂੰ ਨਾ ਬੋਲ ਕੇ ਦਿੱਤਾ ਜਾ ਸਕਦਾ। ਅਤੇ ਇਸ ਕਰਕੇ ਵੀ ਰਹਿ ਗਿਆ ਹੋਵੇਗਾ, ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਨਾ ਫਕੀਰ ਕੀ ਕਰਦੇ ਸਨ ਵੀ ਸਾਧਕਾਂ ਨੂੰ ਕੁਛ ਕੁ ਗੱਲ ਕਹਿ ਦਿੰਦੇ, ਕੁਛ ਕੁ ਅਧੂਰੀ ਛੱਡ ਦਿੰਦੇ ਸਨ, ਵੀ ਜਦੋਂ ਇਹ ਪੂਰੀ ਕਰਕੇ ਲਿਆਵੇਗਾ ਫਿਰ ਸਮਝਾਂਗੇ, ਫਿਰ ਇਹਨੂੰ ਅਗਲੀ ਗੱਲ ਦੱਸਾਂਗੇ। ਅਤੇ ਇਵੇਂ ਹੀ ਕੁਛ ਕੁ ਗੱਲਾਂ ਅਧੂਰੀਆਂ ਰਹਿ ਜਾਂਦੀਆਂ ਹਨ, ਅਧੂਰੀਆਂ ਛੱਡ ਵੀ ਦਿੱਤੀਆਂ ਜਾਂਦੀਆਂ ਹਨ ਕਈ ਵਾਰ ਵੀ ਸ਼ਾਇਦ ਤੁਸੀਂ ਪੂਰੀਆਂ ਕਰੋ, ਜਾਂ ਛੁੱਟ ਜਾਂਦੀਆਂ ਹਨ ਉਹ ਖਾਲੀ ਜਗ੍ਹਾ। ਅਤੇ ਖਾਲੀ ਜਗ੍ਹਾ ਜਦੋਂ ਸਾਧਕ ਉਹ ਭਰਦਾ ਹੈ, ਪੂਰੀ ਕਰਦਾ ਹੈ, ਤਾਂ ਹੀ ਪਤਾ ਲੱਗਦਾ ਹੈ ਨਾ। ਅਤੇ ਖਾਲੀ ਜਗ੍ਹਾ ਭਰਨ ਤੋਂ ਪਹਿਲਾਂ ਤੁਸੀਂ ਨਿਰਲੇਪ ਹੋਵੋਗੇ। ਸੰਸਾਰ ਨਾਲੋਂ, ਫਿਰ ਸਰੀਰ ਨਾਲੋਂ ਨਿਰਲੇਪ ਹੋਵੋਗੇ, ਫਿਰ ਸੂਖਸ਼ਮ ਸਰੀਰ ਨਾਲੋਂ ਨਿਰਲੇਪ ਹੋਵੋਗੇ। ਫਿਰ ਜੋ ਰਹਿ ਗਿਆ ਸੀ ਨਾ ਬੋਲਣ, ਉਹ ਤੁਹਾਡੀ ਸਮਝ ਵਿੱਚ ਆ ਜਾਵੇਗਾ। ਪਹਿਲਾਂ ਬੋਲਿਆ ਗਿਆ
ਤੇ ਜੋ ਤੁਸੀਂ ਸਮਝੋਗੇ ਨਾ ਉਹ ਤੁਹਾਡੇ ਤਲ ਦਾ ਹੋ ਜਾਵੇਗਾ। ਪਹਿਲਾਂ ਜਦੋਂ ਇੱਧਰੋਂ ਬੋਲਿਆ ਗਿਆ ਤੇ ਬਹੁਤ ਕੁਛ ਛੁੱਟ ਜਾਂਦਾ ਹੈ ਜਦੋਂ ਸੱਤ ਨੂੰ ਬੋਲਿਆ ਜਾਂਦਾ। ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਬੋਲਣ ਦੀ, ਪਰ ਫਿਰ ਛੁੱਟ ਜਾਂਦਾ ਹੈ। ਤੇ ਜਦੋਂ ਕੋਈ ਸਮਝਦਾ ਹੈ, ਇਸੇ ਕਾਰਨ ਹੀ ਸਤਿਪੁਰਖਾਂ ਦੇ ਜਿਹੜੇ ਬੋਲ ਹਨ ਉਹ ਜਦੋਂ ਆਮ ਅਸਤ ਦੇ ਨਾਲ ਜੁੜੇ ਹੋਏ ਲੋਕ ਸਮਝਦੇ ਹਨ ਤਾਂ ਉਹ ਵੀ ਅਸਤ ਹੋ ਜਾਂਦੇ ਹਨ, ਅਤੇ ਉਪਯੋਗ ਵੀ ਲੋਕ ਅਸਤ ਦੇ ਵਿੱਚ ਹੀ ਕਰਦੇ ਹਨ ਉਹਨਾਂ ਉਪਦੇਸ਼ਾਂ ਦਾ। ਭਾਵ ਉਹ ਕਹੇ ਤੇ ਗਏ ਸਨ ਸੱਤ ਵੱਲ ਨੂੰ ਜਾਣ ਵਾਸਤੇ, ਤੇ ਕਈ ਪੜ੍ਹਦੇ ਹਨ ਉਹਨਾਂ ਨੂੰ ਅਸਤ ਵਿੱਚ ਜੁੜਨ ਵਾਸਤੇ, ਅਸਤ ਵਾਸਤੇ। ਪਰ ਪੜ੍ਹਨਾ ਸੀ, ਸੁਣਨਾ ਸੀ, ਸਮਝਣਾ ਸੀ ਸੱਤ ਵੱਲ ਜਾਣ ਵਾਸਤੇ। ਪਰ ਉਪਦੇਸ਼ ਨੂੰ ਕਹਿਣ ਵਾਲਾ ਵੀ ਜਾਣਦਾ ਹੈ ਜ਼ਿਆਦਾ ਵੀ ਇਹ ਜੋ ਕੁਛ ਵੀ ਕਿਹਾ ਜਾ ਰਿਹਾ ਹੈ ਇਹ ਅਸਤ ਦੇ ਸਹਿਯੋਗ ਦੇ ਨਾਲ ਕਿਹਾ ਜਾ ਰਿਹਾ ਹੈ। ਇਹ ਵੀ ਗੱਲ ਥੋੜ੍ਹੀ ਜਿਹੀ ਖਿਆਲ ਵਿੱਚ ਲਓ ਵੀ ਸੱਤ ਅਤੇ ਅਸੱਤ ਦੋਵੇਂ ਮਿਲਦੇ ਨਹੀਂ ਹਨ ਕਿਤੇ ਵੀ। ਜਿਵੇਂ ਰਾਤ ਦਾ ਸੁਪਨਾ ਅਤੇ ਦਿਨ ਦਾ ਜਾਗਰਣ ਮਿਲਦੇ ਨਹੀਂ ਹੈ। ਜਦੋਂ ਰਾਤ ਦਾ ਸੁਪਨਾ ਸ਼ੁਰੂ ਹੁੰਦਾ ਹੈ ਉਦੋਂ ਦਿਨ ਦਾ ਜਾਗਰਣ ਨਹੀਂ ਹੁੰਦਾ, ਜਦੋਂ ਜਾਗਰਣ ਹੁੰਦਾ ਹੈ ਉਦੋਂ ਸੁਪਨਾ ਨਹੀਂ ਹੁੰਦਾ, ਇੱਕਦਮ ਸੁਪਨਾ ਟੁੱਟ ਜਾਂਦਾ ਹੈ, ਜਾਗ। ਇੱਦਾਂ ਹੀ ਜਿਹੜਾ ਜਾਗ ਜਾਂਦਾ ਹੈ ਉਹਦਾ ਸੁਪਨਾ ਟੁੱਟ ਜਾਂਦਾ ਹੈ। ਅਤੇ ਤੁਸੀਂ ਪੁੱਛੋਗੇ ਫਿਰ ਉਪਦੇਸ਼ ਕਿਵੇਂ ਦਿੰਦਾ ਹੈ? ਫਿਰ ਉਹ ਉਪਦੇਸ਼ ਦਿੰਦਾ ਹੈ ਵੀ ਸਰੀਰ ਤੇ ਉਹਦਾ ਜੇ ਵਿੱਚ ਹੀ ਹੈ ਨਾ, ਸੁਪਨੇ 'ਚ, ਸੰਸਾਰ 'ਚ, ਅਤੇ ਸਰੀਰ ਦੁਆਰਾ ਜੋ ਕੁਛ ਉਹ ਦੇਖਦਾ ਹੈ ਬਾਹਰ, ਅਤੇ ਦੇਖ ਕੇ ਉਹਨੂੰ ਫਿਰ ਆਲੇ ਦੁਆਲੇ ਜਿਹੜੇ ਸਰੀਰ ਜੁੜੇ ਹੋਏ ਹਨ ਸੰਸਾਰ ਨਾਲ ਦੁੱਖ ਪਾ ਰਹੇ ਹਨ। ਖਿਆਲ ਆਉਂਦਾ ਹੈ ਵੀ ਇਹ ਵੀ ਮੁਕਤ ਹੋ ਸਕਦੇ ਹਨ ਸਰੀਰ ਤੋਂ, ਸੰਸਾਰ 'ਚ। ਤੋ ਖਿਆਲ ਵੀ ਪਰਮਾਤਮਾ ਵੱਲੋਂ ਹੀ ਹੈ, ਸਹਿਜ। ਪਰ ਉਹ ਇਹ ਜੋ ਕਾਲਪਨਿਕ ਸੰਸਾਰ ਹੈ ਨਾ, ਇਹਦੇ ਨਾਲ ਗਹਿਰਾਈ ਦੇ ਨਾਲ ਨਹੀਂ ਜੁੜਦਾ ਜਿਹੜਾ ਜਾਗ ਜਾਂਦਾ ਹੈ। ਇੱਕ ਵਾਰ ਜਿਹਦਾ ਪੂਰਨ ਤੌਰ 'ਤੇ ਛੁਟਕਾਰਾ ਹੋ ਜਾਂਦਾ ਹੈ ਫਿਰ ਉਹ ਗਹਿਰਾਈ ਨਾਲ ਨਹੀਂ ਜੁੜਦਾ। ਅਤੇ ਜਦੋਂ ਉਹਨੇ ਬੋਲਣਾ ਹੁੰਦਾ ਹੈ ਉਦੋਂ ਜੁੜਦਾ ਹੈ, ਜਾਂ ਸਰੀਰ ਦੁਆਰਾ ਕੋਈ ਕਿਰਿਆ ਕਰਨੀ ਹੈ ਉਦੋਂ ਜੁੜਦਾ ਹੈ। ਜਦੋਂ ਸਰੀਰ ਦੁਆਰਾ ਕੋਈ ਕਿਰਿਆ ਨਹੀਂ ਹੁੰਦੀ ਹੈ ਉਦੋਂ ਕਿਸੇ ਨਾਲ ਵੀ ਨਹੀਂ ਜੁੜਦਾ ਹੈ। ਦੇਖਣ ਦੀ ਲੋੜ ਨਹੀਂ ਹੈ ਅਤੇ ਉਦੋਂ ਜੁੜਦਾ ਹੀ ਨਹੀਂ ਹੈ ਸੰਸਾਰ ਵੱਲ, ਦੇਖਣ ਵੱਲ। ਜੋ ਸੁਣਨਾ ਨਹੀਂ ਹੈ ਕੁਝ, ਕੰਨਾਂ ਦਾ ਵੀ ਉਪਯੋਗ ਨਹੀਂ ਹੈ, ਸਰੀਰ ਵੱਲ, ਸਰੀਰ ਦਾ ਉਪਯੋਗ ਨਹੀਂ ਹੈ ਅਤੇ ਫਿਰ ਸਰੀਰ ਵੀ ਦਾ ਉਪਯੋਗ ਨਹੀਂ ਕਰ ਰਿਹਾ ਹੈ, ਫਿਰ ਉਹਦੇ ਵਾਸਤੇ ਸੰਸਾਰ ਨਹੀਂ ਹੈ। ਪਰ ਜਦੋਂ ਉਪਯੋਗ ਕਰਨਾ ਹੈ, ਕੁਛ ਬੋਲਣਾ ਹੈ, ਅਤੇ ਫਿਰ ਉਹ ਸਰੀਰ ਦੁਆਰਾ ਖਿਆਲ ਕਰਨਾ ਪੈਂਦਾ। ਅਤੇ ਬੋਲਿਆ ਜਾਂਦਾ ਹੈ ਸਰੀਰ ਦੁਆਰਾ ਹੀ। ਪਰ ਖਿਆਲ ਵਿੱਚ
ਤੁਸੀਂ ਇਹ ਰੱਖੋ ਬਹੁਤ ਜ਼ਰੂਰੀ ਵੀ ਸਿਰਫ ਸੁਣ ਕੇ ਹੀ ਤੁਸੀਂ ਉਹ ਨਹੀਂ ਜਾਣ ਲਵੋਗੇ ਜੋ ਨਹੀਂ ਕਿਹਾ ਗਿਆ ਹੈ। ਤੁਹਾਨੂੰ ਵੀ ਇਸ ਪ੍ਰਕਿਰਿਆ ਦੇ ਵਿੱਚ ਦੀ ਗੁਜ਼ਰਨਾ ਪਵੇਗਾ, ਅਸੱਤ ਵੱਲੋਂ ਹਟਣਾ ਪਵੇਗਾ, ਨਿਰਲੇਪ ਹੋਣਾ ਪਵੇਗਾ। ਤੇ ਮੈਨੂੰ ਲੱਗਦਾ ਹੈ ਵੀ ਨਿਰਲੇਪ ਹੋ ਰਹੇ ਹੋ। ਤਦੇ ਹੀ ਤੁਹਾਡੇ ਖਿਆਲ ਵਿੱਚ ਇਹ ਗੱਲ ਆਈ ਹੈ ਵੀ ਜੋ ਵਾਸਤਵਿਕ ਹੈ ਉਹ ਕਹਿਣ ਤੋਂ ਰਹਿ ਗਿਆ ਲੱਗਦਾ। ਤੇ ਇਸੇ ਕਾਰਨ ਹੀ ਰਿਹਾ ਹੈ ਵੀ ਵਾਸਤਵਿਕ ਤੁਸੀਂ ਅੰਦਰ ਜਾ ਕੇ ਸਮਝੋ ਵੀ ਉਹ ਕਿਹਾ ਨਹੀਂ ਜਾਵੇਗਾ, ਕਿਹਾ ਗਿਆ ਤੇ ਉਹ ਵੀ ਫਿਰ ਤੁਹਾਡੀ ਬੁੱਧੀ ਦੇ ਤਲ ਦਾ ਹੋ ਜਾਵੇਗਾ। ਇਸ ਕਰਕੇ ਤੁਸੀਂ ਉੱਧਰ ਨੂੰ ਜਾਣ ਦੀ ਤਿਆਰੀ ਕਰੋ ਤੇ ਹੌਲੀ ਹੌਲੀ ਹਟੋ ਸੰਸਾਰ ਦਾ ਮੋਹ ਤਿਆਗੋ, ਸਰੀਰ ਦਾ। ਹੁਣ ਦੇਖੋ ਰੋਜ਼ ਹੀ ਸਿੱਖ ਪੜ੍ਹ ਲੈਂਦੇ ਹਨ, ਸਾਧੋ ਇਹ ਤਨ ਮਿਥਿਆ ਜਾਣ, ਭਜਨ ਰਾਮ ਕੋ ਸਹੀ। ਪਰ ਮਿਥਿਆ ਕੋਈ ਮੰਨ ਨਹੀਂ ਰਿਹਾ। ਜੇ ਮਿਥਿਆ ਹੋ ਜਾਵੇ ਤਾਂ ਫਿਰ ਚਿੰਤਾ ਹੀ ਮਿਟ ਜਾਂਦੀ। ਸਰੀਰ ਦੀ ਮਿਟ ਗਈ ਤੇ ਫਿਰ ਮਨ ਵੱਲ, ਫਿਰ ਮਨ ਤੋਂ ਪਾਰ ਸਿਖਾਲਾ ਹੈ ਜਾਣਾ। ਜੇ ਸਰੀਰ ਵੱਲ ਨੂੰ ਧਿਆਨ ਹਟ ਜਾਵੇ, ਸੰਸਾਰ ਵੱਲੋਂ ਹਟ ਜਾਵੇ, ਤੇ ਸਤਸੰਗ ਦਾ ਇਹੋ ਹੀ ਲਾਭ ਹੈ। ਸਤ ਸੰਗਤ ਮਿਲ ਰਹੀ ਏ ਮਾਧੋ ਜੋ ਮਤ ਮਖੀਰਾ।